Good morning, everyone. Today we are going to start 8th chapter of 10th class from main course book, The Rule of the Road. A.G. Gardiner wrote his essays under the pen name of Alpha. His essays remind us of the pleasant things, sunshine, mirth ਹੁੰਦੀ ਹੈ ਖੁਸ਼ੀ ਲਿਖ ਲਓ ਨਾਲ ਜਿੰਨਾ ਚੈਪਟਰ ਅੱਜ ਹੋਊਗਾ ਉਹਨਾਂ ਇਸ ਵੀਡੀਓ 'ਚ ਅਪਲੋਡ ਕੀਤਾ ਜਾਊਗਾ ਨੈਕਸਟ ਜਿੰਨਾ ਰਹਿ ਜਾਊਗਾ ਬੇਟੇ ਨੈਕਸਟ ਵੀਡੀਓ 'ਚ ਅਪਲੋਡ ਕਰੂੰਗੀ laughter and peace. They are in fact a commentary on the art of living. The rule of road discusses the important issue of rights and responsibilities in social life. ਤੁਹਾਨੂੰ ਬਰੀਫ ਦੇ ਵਿੱਚ ਇਹ ਚੀਜ਼ ਦੱਸਣ ਲੱਗੀ ਹਾਂ ਮੈਂ ਕਿ ਰੂਲ ਆਫ ਦਾ ਰੋਡ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਰੋਡ ਤੇ ਚੱਲਣ ਦੇ ਲਈ ਕਈ ਰੂਲਸ ਹੁੰਦੇ ਆ ਜੋ ਸਾਨੂੰ ਫੋਲੋ ਕਰਨੇ ਚਾਹੀਦੇ ਹੈ ਕਿਉਂਕਿ ਰਾਈਟ ਜੇ ਆਪਾਂ ਕਹਿ ਦਈਏ ਕਿ ਸਾਡਾ ਰਾਈਟ ਅਸੀਂ ਕਿਤੇ ਮਰਜ਼ੀ ਚੱਲ ਸਕਦੇ ਹਾਂ ਬਟ ਰਾਈਟਸ ਦੇ ਨਾਲ ਕੁਝ ਰਿਸਪੌਂਸਿਬਿਲਿਟੀਜ਼ ਵੀ ਸਾਡੇ ਉੱਤੇ ਆਉਂਦੀਆਂ ਰਿਸਪੌਂਸਿਬਿਲਿਟੀਜ਼ ਕੀ ਹੁੰਦੀਆਂ ਕਿ ਜੇ ਸਾਡਾ ਰਾਈਟ ਅਸੀਂ ਕਿਤੇ ਵੀ ਚੱਲ ਸਕਦੇ ਹਾਂ ਪਰ ਸਾਡੀ ਇਹ ਰਿਸਪੌਂਸਿਬਿਲਿਟੀ ਵੀ ਹੈ ਕਿ ਅਸੀਂ ਸੜਕ ਦੇ ਵਿੱਚ ਨਾ ਚੱਲੀਏ ਕਿਉਂਕਿ ਦੂਸਰੇ ਦੇ ਰਾਈਟਸ ਨੂੰ ਅਸੀਂ ਤੋੜ ਰਹੇ ਹਾਂ ਕੱਟ ਰਹੇ ਹਾਂ ਉਸ ਦੇ ਨਾਲ ਕਿਉਂਕਿ ਐਕਸੀਡੈਂਟਸ ਵੀ ਹੋ ਸਕਦੇ ਹੈ the rights of one individual end where the rights of another begin. The writer has brought this point through some interesting anecdotes. देखो there was a jolly story. मैं ਤੁਹਾਨੂੰ दूसरा कैमरा चला के दिखानी है बेटा There was a jolly story which Mr. Arthur Ransom told the other lady in one of his messages from Petrograd. A stout old lady, I think now it is visible to all of you. A stout old lady was walking with her basket down the middle of a street in Petrograd to the great confusion of the traffic. ਦੇਖੋ ਇਹਦੇ ਚ ਕੀ ਦੱਸੀ ਹੈ ਇੱਕ ਵਧੀਆ ਹਾਸੋਹੀਣੀ ਸਟੋਰੀ ਦੱਸੀ ਗਈ ਹੈ ਜਿਹਦੇ ਵਿੱਚ ਮਿਸਟਰ ਆਰਥਰ ਰੈਂਸਮ ਸਾਨੂੰ ਦੱਸ ਰਿਹਾ ਆਪਦੇ ਮੈਸੇजेस ਦੇ ਵਿੱਚ ਕਿ ਇੱਕ ਸਟਾਊਟ ਓਲਡ ਲੇਡੀ ਸੀ ਜਿਹੜੀ ਬਾਸਕਟ ਲੈ ਕੇ ਸਟਰੀਟ ਦੇ ਵਿਚਾਲੇ ਚੱਲ ਰਹੀ ਸੀ ਤੇ ਟ੍ਰੈਫਿਕ ਨੂੰ ਬਹੁਤ ਔਖਾ ਕਰ ਰਹੀ ਸੀ ਐਂਡ ਵਿਦ ਨੋ ਸਮਾਲ ਪੈਰਲ ਟੂ ਹਰਸੈਲਫ ਤੇ ਉਹਨੂੰ ਐਂ ਸੀ ਕਿ ਮੈਨੂੰ ਤਾਂ ਕੋਈ ਡਰ ਹੀ ਨਹੀਂ ਮੈਂ ਵਿੱਚ ਚੱਲ ਰਹੀ ਹਾਂ ਮੈਨੂੰ ਕੋਈ ਖਤਰਾ ਨਹੀਂ ਇਟ ਵਾਸ ਪੁਆਇੰਟਡ ਆਊਟ ਟੂ ਹਰ ਦੈਟ ਦ ਪੇਵਮੈਂਟ ਵਾਜ਼ ਦ ਪਲੇਸ ਜਿੱਥੇ ਪੈਡੈਸਟਰੀਅਨਸ ਚੱਲਦੇ ਹੈ ਮਤਲਬ ਜਿੱਥੇ ਪੇਵਮੈਂਟ ਸਾਈਡ ਤੇ ਬੰਨੀ ਬਣਾਈ ਹੁੰਦੀ ਹੈ ਇਟ ਇਜ਼ ਦ ਪਲੇਸ ਫॉर ਫੁੱਟ ਪੈਸੇਂਜਰਸ ਚੱਲਣ ਵਾਲਿਆਂ ਲਈ ਇਹ ਵਾਲੀ ਪਲੇਸ ਹੈ ਬਟ ਸ਼ੀ ਰਿਪਲਾਈਡ I am going to walk where I like. ਪਰ ਉਹ ਕਹਿੰਦੀ ਮੈਂ ਤਾਂ ਉੱਥੇ ਹੀ ਚੱਲੂੰਗੀ ਜਿੱਥੇ ਮੇਰਾ ਜੀ ਕਰਦਾ ਹੈ we have got liberty now ਹੁਣ ਅਸੀਂ ਪੂਰੇ freedom ਮਿਲੀ ਵੀ ਹੈ ਸਾਨੂੰ ਅਸੀਂ free ਹੈ ਕਿਤੇ ਵੀ ਕੁਝ ਵੀ ਕਰ ਸਕਦੇ ਹਾਂ it did not occur to the dear old lady that if liberty entitled the foot passenger to walk down the middle of the road it also entitled the car driver to drive on the pavement and that the end of such liberty would be a universal chaos ਕਹਿੰਦੇ ਉਸ ਲੇਡੀ ਨੂੰ ਇਹ ਨਹੀਂ ਸਮਝ ਆਈ ਕਿ ਜੇ ਲਿਬਰਟੀ ਫੁੱਟ ਪੈਸੇਂਜਰ ਨੂੰ ਸੜਕ ਦੇ ਵਿੱਚ ਚੱਲਣ ਦੀ ਹੈ ਤਾਂ ਫਿਰ ਕਾਰ ਡਰਾਈਵਰ ਨੂੰ ਵੀ ਪੇਵਮੈਂਟ ਤੇ ਚੱਲਣ ਦੀ ਫਰੀडम ਹੈਗੀ ਹੈ ਇਹਦੇ ਨਾਲ ਤਾਂ ਫਿਰ ਕਿਓਸ ਹੋ ਜਾਊਗਾ ਡਿਸਟਰਬੈਂਸ ਹੋ ਜਾਊਗੀ ਸਾਰੇ ਕਿਤੇ everybody would be getting in everybody's else's play way ਫਿਰ ਤਾਂ ਕੋਈ ਕਿਸੇ ਦੇ ਵਿੱਚ ਵੱਜੂਗਾ ਜਾਣ ਕੇ ਕੋਈ ਕਿਸੇ ਦੇ ਵਿੱਚ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ and nobody would get anywhere ਫਿਰ ਤਾਂ ਕਿਤੇ ਕੋਈ ਪਹੁੰਚ ਹੀ ਨਹੀਂ ਸਕਦਾ ਵੈਸੇ ਵੀ ਇੰਡੀਆ ਦੇ ਵਿੱਚ ਜਦੋਂ ਰੋਡਵੇਜ਼ ਮਤਲਬ ਆਪਾਂ ਵੈਸੇ ਵੀ ਚਲਾਉਂਦੇ ਆ ਆਪਦੇ ਵਹੀਕਲ ਚਲਾਉਂਦੇ ਆ ਰੋਡ ਤੇ ਆਪਾਂ ਦੇਖਦੇ ਆ ਕ੍ਰਾਸ ਕਰਨ ਵਾਲੇ ਹੱਥ ਨਾਲ ਹੀ ਕਹਿ ਦਿੰਦੇ ਆ ਰੁਕ ਜਾਓ ਮਤਲਬ ਵਹੀਕਲ ਨੂੰ ਕਈ ਵਾਰੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਨਹੀਂ ਰੋਕ ਸਕਦੇ ਮਤਲਬ ਰੂਲਸ ਰੈਗੂਲੇਸ਼ਨਸ ਰੋਡ ਦੇ ਬਹੁਤ ਘੱਟ ਫੋਲੋ ਕੀਤੇ ਜਾਂਦੇ ਆ ਪਰ ਇਸ ਚੈਪਟਰ ਦੇ ਵਿੱਚ ਆਪਾਂ ਨੂੰ ਸਿਰਫ ਇੱਕ ਐਗਜ਼ਾਮਪਲ ਹੈ ਕਿ ਜੇ ਰੂਲ ਹੈ ਰੋਡ ਦਾ ਉਹਨੂੰ ਫੋਲੋ ਕਰਨਾ ਚਾਹੀਦਾ ਉਸੇ ਤਰ੍ਹਾਂ ਬਹੁਤ ਸਾਰੇ ਐਸਪੈਕਟਸ ਆ ਲਾਈਫ ਦੇ ਕਿ ਆਪਾਂ ਨੂੰ ਜੇ ਰਾਈਟਸ ਮਿਲੇ ਹੈ ਤਾਂ ਇਸ ਤਰ੍ਹਾਂ ਫੋਲੋ ਕਰਨੇ ਚਾਹੀਦੇ ਹੈ ਕਿ ਅਸੀਂ ਦੂਸਰੇ ਦੇ ਰਾਈਟ ਨੂੰ ਖਰਾਬ ਨਾ ਕਰੀਏ ਆਪਾਂ ਨੂੰ ਰਿਸਪੌਂਸਿਬਲ ਵੀ ਹੋਣਾ ਚਾਹੀਦਾ ਹੈ ਇੰਡੀਵਿਜੂਅਲ ਲਿਬਰਟੀ ਵੁੱਡ ਹੈਵ ਬਿਕਮ ਸੋਸ਼ਲ ਅਨਾਰਕੀ ਮਤਲਬ ਹਰੇਕ ਇੱਕ ਇੰਡੀਵਿਜੂਅਲ ਦੀ ਫਰੀडम ਫਿਰ ਤਾਂ ਸਮਾਜਿਕ ਡਿਸਟਰਬੈਂਸ ਕ੍ਰੀਏਟ ਕਰੂਗੀ ਲੜਾਈਆਂ ਹੋ ਜਾਣਗੀਆਂ ਦੰਗੇ ਹੋ ਜਾਣਗੇ there is a danger of the world getting liberty drunk in these days ਕਹਿੰਦੇ ਅੱਜ ਕੱਲ ਦੇਸ਼ ਦੇ ਵਿੱਚ ਬੜਾ ਡਰ ਹੋਇਆ ਪਿਆ ਕਿ ਸਾਰਿਆਂ ਨੂੰ ਆਏ ਆ ਕਿ ਮੈਂ ਤਾਂ ਫ੍ਰੀ ਹਾਂ ਮੈਂ ਤਾਂ ਕੁਝ ਮਰਜ਼ੀ ਕਰ ਸਕਦਾ ਜਿਵੇਂ ਓਲਡ ਲੇਡੀ ਬਾਸਕਟ ਤੇ ਚੱਲੀ ਹੈ ਮਤਲਬ ਬਾਸਕਟ ਲੈ ਕੇ ਰੋਡ ਦੇ ਵਿਚਾਲੇ ਚੱਲਣ ਲੱਗ ਗਈ and it is just as well to remind ourselves of what the rule of road means
It means that in order that the liberties of all may be preserved, the liberties of everybody must be curtailed. Curtailed ਹੁੰਦਾ ਕੱਟਣਾ, ਮਤਲਬ ਜੇ ਸਾਰਿਆਂ ਦੀ ਲਿਬਰਟੀਜ਼ ਨੂੰ ਧਿਆਨ ਵਿੱਚ ਰੱਖਣਾ ਹੈ ਤਾਂ ਕੋਈ ਕੋਈ ਜਿਹੜੀ ਲਿਬਰਟੀ ਹੈ ਸਾਨੂੰ ਵੀ ਉਹਨੂੰ ਕੰਸੋਲੀਡੇਟ ਕਰਨਾ ਪਊਗਾ, ਸਾਨੂੰ ਵੀ ਉਸ ਨੂੰ ਛੱਡਣੀ ਪਊਗੀ. When the policeman, say at Piccadilly Circus, steps into the middle of the road and puts out his hand, he is the symbol not of tyranny but of liberty. ਜਿਹੜਾ ਪੁਲਿਸਮੈਨ ਖੜਾ ਹੁੰਦਾ ਹੈ, ਟ੍ਰੈਫਿਕ ਪੁਲਿਸ ਅਫਸਰ ਹੁੰਦਾ ਹੈ, ਉਹ ਕਹਿੰਦੇ ਸਾਈਨ ਇਸ ਚੀਜ਼ ਦਾ ਨਹੀਂ ਹੁੰਦਾ ਕਿ ਸਾਡੇ ਤੇ ਰੋਬ ਮਾਰ ਰਿਹਾ ਹੈ, ਉਹ ਇਸ ਕਰਕੇ ਖੜਾ ਹੁੰਦਾ ਕਿ ਸਾਨੂੰ ਗਾਈਡ ਕਰ ਸਕੇ ਕਿ ਇਧਰੋਂ ਲੰਘ ਜਾਓ, ਇਧਰੋਂ ਲੰਘ ਜਾਓ, ਹੈਲਪ ਕਰ ਰਿਹਾ ਹੁੰਦਾ ਆਪਣੀ. You may not think so. You may, being in a hurry and seeing your motor car pulled up by the insolence of office, feel that your liberty has been outraged. How dare this fellow interfere with your free use of public highway? ਤੁਸੀਂ ਸੋਚ ਸਕਦੇ ਹੋ, ਵੈਸੇ ਤੁਹਾਨੂੰ ਸੋਚਣਾ ਨਹੀਂ ਚਾਹੀਦਾ ਕਿ ਇਹ ਬੰਦਾ ਕਿਉਂ ਸਾਡੀ ਫਰੀडम ਰੋਕ ਰਿਹਾ ਪਬਲਿਕ ਹਾਈਵੇ ਤੇ ਖੜ ਕੇ, ਅਸੀਂ ਕੁਝ ਮਰਜ਼ੀ ਕਰੀਏ. Then if you are a reasonable person, you will reflect that if he did not, ਮਤਲਬ reflect ਮਤਲਬ ਤੁਸੀਂ ਸੋਚੋਗੇ, ਜੇ ਤੁਸੀਂ ਸਿਆਣੇ ਬੰਦੇ ਹੋ ਤਾਂ ਤੁਸੀਂ ਇਹ ਚੀਜ਼ ਸੋਚੋਗੇ ਕਿ ਜੇ ਉਹ ਵਿੱਚ ਨਾ ਆਇਆ ਤਾਂ ਫਿਰ ਤਾਂ ਜਮਾਂ ਹੀ ਪਿਕਾਡਲੀ ਸਰਕਸ ਕੀ ਬਣ ਜਾਊਗਾ, ਇੱਕ ਮੈਲਸਟ੍ਰੋਮ ਬਣ ਜਾਊਗਾ ਜਿਹਦੇ ਵਿੱਚੋਂ ਕੋਈ ਵੀ ਕ੍ਰਾਸ ਹੀ ਨਹੀਂ ਕਰ ਸਕੂਗਾ. You have submitted to the curtailment of private liberty in order that you may enjoy a social order. ਦੇਖੋ ਇੱਥੇ ਤੁਸੀਂ ਆਪਦੀ ਇਸ ਚੀਜ਼ ਨੂੰ ਕਰਟੇਲ ਕੀਤਾ, ਕਾਬੂ ਚ ਕੀਤਾ ਪ੍ਰਾਈਵੇਟ ਲਿਬਰਟੀ ਨੂੰ, ਕਿਸ ਚੀਜ਼ ਕਰਕੇ, ਤਾਂ ਕਿ ਸੋਸਾਇਟੀ ਦੇ ਵਿੱਚ ਆਰਡਰ ਬਣਿਆ ਰਹੇ ਤੇ ਇਹੀ ਰੀਅਲ ਹੈ. ਲਿਬਰਟੀ ਇਜ਼ ਨਾਟ ਅ ਪਰਸਨਲ ਅਫੇਅਰ ਬਟ ਅ ਸੋਸ਼ਲ ਕੰਟਰੈਕਟ. ਇਹ ਲਾਈਨ ਤੁਹਾਨੂੰ ਬਹੁਤ ਵਾਰੀ ਆਉਂਦੀ ਹੈ, ਇਹਨੂੰ ਅੰਡਰਲਾਈਨ ਕਰ ਲਓ. It is an accommodation of interest in matters which do not touch anybody else's liberty. Of course, I may be as free as I like. If I choose to go down the strand in a dressing gown with long hair and bare feet, who shall raise an objection? You have liberty to laugh at me, but I have liberty to be indifferent to you. देखो लाइंस बहुत ਵਧੀਆ है. ਇਹਦੇ 'ਚ ਇਹਨਾਂ ਨੇ ਕੀ ਗੱਲ ਕਹੀ ਹੈ, ਕਹਿੰਦੇ ਕਿ ਜਦੋਂ ਅਸੀਂ ਆਪਦੀ ਲਿਬਰਟੀ ਇੰਜੋਏ ਕਰਦੇ ਹਾਂ ਸਾਨੂੰ ਦੂਜੇ ਦੀ ਲਿਬਰਟੀ ਨੂੰ ਕ੍ਰਾਸ ਨਹੀਂ ਕਰਨਾ ਚਾਹੀਦਾ. ਕਹਿੰਦੇ ਤੁਹਾਡੀ ਮਰਜ਼ੀ ਹੈ, ਤੁਸੀਂ ਡਰੈਸਿੰਗ ਗਾਊਨ ਪਾਓ, ਵਧੀਆ ਲੌਂਗ ਹੇਅਰ, ਫੀਟ ਦੇ ਵਿੱਚ ਕੁਛ ਨਾ ਪਾਓ ਤੇ ਕੌਣ ਤੁਹਾਨੂੰ ਰੋਕੂਗਾ, ਕੋਈ ਨਹੀਂ ਰੋਕੂਗਾ. ਕਈ ਵਾਰ ਤੁਸੀਂ ਕਿਸੇ ਤੇ ਹੱਸਣਾ ਚਾਹੁੰਦੇ ਹੋ, ਤੁਸੀਂ ਹੱਸ ਸਕਦੇ ਹੋ, ਪਰ ਅਗਲੇ ਦੀ ਵੀ ਲਿਬਰਟੀ ਹੈ, ਉਹ ਤੁਹਾਡੇ ਵੱਲ ਝਾਕ ਕੇ ਨਾ ਝਾਕੇ, ਮਤਲਬ ਤੁਹਾਨੂੰ ਇਗਨੋਰ ਕਰ ਸਕਦਾ ਹੈ. ਐਂਡ ਇਫ ਆਈ ਹੈਵ ਫੈਂਸੀ ਫॉर ਡਾਈਂਗ ਮਾਈ ਹੇਅਰ ਔਰ ਵੈਕਸਿੰਗ ਮਾਈ ਮਸਟੈਚ, ਮਸਟੈਚ ਹੁੰਦਾ ਮੂਛਾਂ, ठीक है, or wearing a tall hat and a frock coat and sandals or going to bed late or getting up early, I shall follow my fancy and ask no man's permission. ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਮੇਰੀ, ਮੈਂ ਕੁਝ ਵੀ ਕਰ ਸਕਦਾ, ਮੈਂ ਆਪਦੇ ਵਾਲ ਡਾਈ ਕਰ ਸਕਦਾ, ਆਪਦੀ ਮੁੱਛਾਂ ਨੂੰ ਵੀ ਕੱਟ ਸਕਦਾ, ਮੈਂ ਟਾਲ हैट पा सकता है, फ्रॉक कोट सैंडल्स, मतलब लेट सो सकता है, जल्दी उठ सकता है, कोई भी कुछ नहीं मैनू कहूगा, मैनू किसी की परमिशन नहीं लैनी पऊगी. In all these and a thousand other details, you and I please ourselves and ask no one's leave. मतलब ਇਹਨਾਂ ਚੀਜ਼ਾਂ 'ਚ ਅਸੀਂ ਕਿਸੇ ਤੋਂ ਕੋਈ ਰਾਏ ਨਹੀਂ ਲੈਂਦੇ, ਕਿਸੇ ਨੂੰ ਕੁਝ ਪੁੱਛਣਾ ਨਹੀਂ ਚਾਹੁੰਦੇ, ਅਸੀਂ, ਸਾਡੀ ਫਰੀडम ਹੈ ਇਹ. ਬਟ ਫਰੀडम ਉਦੋਂ ਕਰਟੇਲ ਕਰਨੀ ਪੈਂਦੀ ਹੈ ਜਦੋਂ ਸਾਡੇ ਨਾਲ ਸਾਡੇ ਜਿਹੜੇ ਇਫੈਕਟਸ ਹੈ, ਮਤਲਬ ਅਸੀਂ ਜੋ ਕਰ ਰਹੇ ਹਾਂ ਉਹਦਾ ਇਫੈਕਟ ਕਿਸੇ ਸੈਕਿੰਡ ਪਰਸਨ ਤੇ ਪੈ ਰਿਹਾ ਹੈ. ਜਿਵੇਂ ਮੰਨ ਲਓ ਮੈਂ ਕਹਾਂ ਮੈਂ ਗਾਣਾ ਗਾ ਸਕਦੀ ਹਾਂ, ਪਰ ਇਹ ਤਾਂ ਨਹੀਂ ਨਾ 12 ਵਜੇ ਛੱਤ ਤੇ ਚੜ੍ਹ ਕੇ ਉੱਚੀ ਉੱਚੀ ਗਾਣਾ ਲਗਾਉਣ ਲੱਗ ਜਾ. ਮੈਂ ਦੂਜਿਆਂ ਦੀ ਲਿਬਰਟੀ, ਕਿਹੜੀ ਲਿਬਰਟੀ ਨੂੰ ਖਰਾਬ ਕਰ ਰਹੀ ਹਾਂ, ਉਹਨਾਂ ਦੀ ਸੌਣ ਦੀ ਲਿਬਰਟੀ ਨੂੰ. ਠੀਕ ਹੈ, ਇਹ ਵੀ ਐਗਜ਼ਾਮਪਲ ਇਸ ਪੈਰਾਗ੍ਰਾਫ ਦੇ ਵਿੱਚ ਆਊਗੀ. that we have a whole kingdom in which we rule alone, can do what we choose, be wise or ridiculous. मतलब ਸਿਆਣੇ ਵੀ ਬਣ ਸਕਦੇ, ਬੇਵਕੂਫ ਵੀ ਬਣ ਸਕਦੇ, harsh or easy, conventional or odd, ਕੁਝ ਵੀ ਹੋ ਸਕਦੇ हैं. but directly we step out of that kingdom, ਪਰ ਜਦੋਂ ਹੀ ਅਸੀਂ ਆਪਣੇ ਜ਼ੋਨ ਚੋਂ ਬਾਹਰ ਨਿਕਲਦੇ ਹਾਂ, personal liberty of action becomes qualified by other people's liberty. ਪਰ ਸਾਡੀ ਫੇਰ ਲਿਬਰਟੀ ਹੈ, ਜੋ ਸਾਡੇ ਐਕਸ਼ਨ ਹੈ ਉਹ ਦੂਜੇ ਦੇ ਕੰਮ ਤੇ ਵੀ ਡਿਪੈਂਡ ਹੋਣਗੇ, ਮਤਲਬ ਦੂਜੇ ਦੀ ਲਿਬਰਟੀ ਤੇ ਵੀ ਅਸਰ ਪਾਣਗੇ. ਇਸ ਕਰਕੇ ਉਹਨਾਂ ਨੂੰ ਸਾਨੂੰ ਕਰਟੇਲ ਕਰਨਾ ਪਊਗਾ, ਦੇਖਣਾ ਪਊਗਾ ਕਿ ਅਸੀਂ ਸਹੀ ਚੱਲ ਰਹੇ ਹਾਂ. I might like to practice on the guitar from midnight till 3 in the morning. If I went to the top of the hill to do it, I could please myself. मतलब हिल ਤੇ ਚਲਾ ਜਾਊਂਗਾ ਤਾਂ ਮੈਂ ਖੁਸ਼ ਹੋਊਂਗਾ, ਪਰ ਮੈਂ ਜੇ ਸਟਰੀਟਸ 'ਚ ਹੀ ਲੱਗ ਗਿਆ ਉੱਚੀ ਉੱਚੀ ਵਜਾਉਣ ਗਿਟਾਰ ਨੂੰ ਤਾਂ ਮੇਰਾ ਗਿਟਾਰ ਕੀ ਕਰੂਗਾ,
ਖਰਾਬ ਕਰੂਗਾ ਨਾ, ਦੂਜੇ ਨੇਬਰਸ ਨੂੰ ਡਿਸਟਰਬ ਕਰੂਗਾ ਨਾ। ਕਹਿੰਦੇ ਕਿ ਇਹ ਲਿਬਰਟੀ ਹੁੰਦੀ ਹੈ, ਇਟ ਸ਼ੁੱਡ ਨਾਟ ਇੰਟਰਫੇਅਰ ਦ ਲਿਬਰਟੀ to sleep in quiet. There are lot of people in the world. I have to accommodate my liberty to their liberties. We are all liable to forget this, and unfortunately we are much more conscious of the imperfections of others in this respect than of your own. ਮਤਲਬ ਇਹ ਹੈ ਕਿ ਹੁਣ ਆਪਾਂ ਕੀ ਕਰਦੇ ਹਾਂ, ਦੂਜੇ ਦੀ ਇੰਪਰਫੈਕਸ਼ਨਸ ਦੇਖੀ ਜਾਂਦੇ ਹਾਂ, ਆਪਦੀਆਂ ਦੇਖਦੇ ਨਹੀਂ। ਆਪ ਨੂੰ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਗਲਤ ਹੈ। ਨੈਕਸਟ ਜੋ ਹੈ ਬੇਟੇ, ਇੱਕ ਪੇਜ ਪਿਆ ਤੁਹਾਡਾ ਪੂਰਾ, ਇਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰੂੰਗੀ।